ਕੋਈ ਮੰਜ਼ਿਲ ਦੀ ਜ਼ਰੂਰਤ ਨਹੀਂ। ਹੁਣ ਮੈਂ ਇੰਨਾ ਸੰਤੁਸ਼ਟ ਹਾਂ ਕਿ ਮੈਂ ਕੰਮ ਕਰ ਲਿਆ। ਜੇ ਮੈਂ 1 ਰੁਪਈਏ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਮੈਂ ਰੁਪਈਏ ਤੋਂ ਕਿਤੇ 99 ਪੈਸੇ ਨਹੀਂ ਹੋਇਆ। ਮਾਲਕ ਦੀ ਕਿਰਪਾ ਨਾਲ ਮੈਂ ਅੱਗੇ ਜਾ ਰਿਹਾ ਹਾਂ। ਔਰ ਮੈਨੂੰ ਇੰਨਾ ਸਬਰ ਆਪਣੇ ਕੰਮ ਤੇ, ਇੰਨੀ ਮੈਨੂੰ ਸੰਤੁਸ਼ਟੀ ਹੈ। ਇਸ ਤੋਂ ਬਾਅਦ ਮੈਨੂੰ ਸਾਰੀ ਦੁਨੀਆ ਦੇ ਵਿੱਚ ਲੋਕ ਪਿਆਰ ਕਰਦੇ ਆ। ਮੈਂ ਕੁਛ ਨਹੀਂ ਚਾਹੁੰਦਾ। ਮੈਂ ਜਿੰਨਾ ਕੁ ਕੰਮ ਕਰ ਰਿਹਾ ਵਾਂ ਉਹਦੇ ਤੇ ਪੂਰਾ ਸੰਤੁਸ਼ਟ ਹਾਂ। ਕੋਈ ਮੰਜ਼ਿਲ ਨਹੀਂ ਮੈਨੂੰ। ਵੈਰੀ ਗੁੱਡ। ਬੜੀ ਨਵੇਕਲੀ ਗੱਲ ਤੇ ਕੀਤੀ ਤੁਸੀਂ। ਆਮ ਤੌਰ ਤੇ ਆਰਟਿਸਟ ਕਹਿੰਦੇ ਨੇ ਨਹੀਂ ਜੀ ਹਜੇ ਤਾਂ ਮੰਜ਼ਿਲ ਜਾਰੀ ਹੈ, ਹਲੇ ਅਸੀਂ ਤਲਾਸ਼ ਕਰ ਰਹੇ ਹਾਂ, ਮੈਨੂੰ ਸੰਤੁਸ਼ਟੀ ਨਹੀਂ ਮਿਲੀ। ਇਹ ਕੀ ਸੱਚੀ ਗੱਲ ਹੁੰਦੀ ਹੈ ਜਾਂ ਵੈਸੇ ਹੀ ਬਣਾਵਟੀ ਬਣ ਚੜਾ ਲੈਂਦੇ ਉੱਤੇ? ਦੇਖੋ, ਸਬਰ ਤਾਂ ਉਹ ਬੰਨ ਟੁੱਟਣ ਵਾਲੀ ਗੱਲਬਾਤ ਆ ਵੀ ਤੁਹਾਡੇ ਕੋਲ ਅੱਛਾ ਮਕਾਨ ਹੋਣਾ ਚਾਹੀਦਾ, ਤੁਹਾਡੇ ਬੱਚੇ ਅੱਛੇ ਸਕੂਲਾਂ 'ਚ ਜਾਂ ਕਾਲਜਾਂ ਦੇ ਵਿੱਚ ਪੜ੍ਹਦੇ ਹੋਣੇ ਚਾਹੀਦੇ ਆ, ਤੁਹਾਡੇ ਕੋਲ ਕਾਰ ਵੀ ਹੋਣੀ ਚਾਹੀਦੀ ਹੈ। ਹੋਰ ਰੁਪਈਆਂ ਦੀ ਸਬਜ਼ੀ ਤਾਂ ਆਪਾਂ ਬਣਾ ਕੇ ਖਾਣੀ ਨਹੀਂ। ਹਾਂ, ਵੈਰੀ ਗੁੱਡ ਵੈਰੀ ਗੁੱਡ। ਰਹੀ ਗੱਲ ਇਹ, ਤੁਹਾਨੂੰ ਸ਼ੋਹਰਤ ਵੀ ਮਿਲ ਜਾਂਦੀ ਹੈ, ਤੁਹਾਨੂੰ ਪੈਸਾ ਵੀ ਮਿਲ ਜਾਂਦਾ, ਤੁਹਾਨੂੰ ਲੋਕ ਪਿਆਰ ਵੀ ਕਰਦੇ ਆ। ਔਰ ਇਸ ਤੋਂ ਬਾਅਦ ਤੁਸੀਂ ਕੀ ਭਾਲਦੇ ਹੋ? ਮੈਂ ਇਸ ਕਰਕੇ ਇਸ ਚੀਜ਼ ਨੂੰ ਮੈਂ ਚੰਗਾ ਨਹੀਂ ਸਮਝਦਾ। ਔਰ ਮੈਂ ਕਹਿੰਦਾ ਕਿ ਮੈਂ ਬਿਲਕੁਲ ਗੁਰਦੇਵ ਢਿੱਲੋਂ ਦਾ ਇਹ ਥਾਟ ਹੈ ਜਿਹੜਾ ਮੈਨੂੰ ਬੜਾ ਚੰਗਾ ਲੱਗਿਆ। ਬਟ ਇਸ ਸਫ਼ਰ ਦੌਰਾਨ ਭਜਨੇ ਅਮਲੀ ਦਾ ਤੇ ਗੁਰਦੇਵ ਢਿੱਲੋਂ ਦਾ ਸਫ਼ਰ ਇਕੱਠੇ ਹੀ ਚੱਲਿਆ। ਇਹਦੇ ਵਿੱਚ ਕਿਤੇ ਗੁਰਦੇਵ ਢਿੱਲੋਂ ਮਾਈਨਸ ਤਾਂ ਨਹੀਂ ਹੋਇਆ, ਕਿਤੇ ਗਵਾਚ ਤਾਂ ਨਹੀਂ ਗਿਆ ਕਿਤੇ? ਦੇਖੋ ਰਾਣਾ ਜੀ, ਪਹਿਲੀ ਗੱਲ ਤੇ ਹੈ ਕਿ ਮੈਨੂੰ ਨਹੀਂ ਲੱਗਦਾ, ਕਈ ਦਫਾ ਅਗਰ ਮੈਨੂੰ ਕੋਈ ਫੋਨ ਕਰਦਾ ਜਾਂ ਬੰਦਾ ਬੁਲਾਉਂਦਾ ਭਜਨ ਅਮਲੀ ਕਰਕੇ, ਜਕਦਾ ਬੁਲਾਉਂਦਾ ਵਾ। ਪਰ ਨਹੀਂ, ਜਦੋਂ ਮੈਂ ਜਿਹੜੇ ਕਰੈਕਟਰ 'ਚ ਮੈਂ ਖੁੱਭ ਗਿਆ, ਮੈਨੂੰ ਗੁਰਦੇਵ ਢਿੱਲੋਂ ਦੀ ਲੋੜ ਵੀ ਹੈ ਨਹੀਂ ਹੁਣ। ਚਾਹੇ ਮੈਨੂੰ ਕੋਈ ਢਿੱਲੋਂ ਕਹੇ, ਭਜਨ ਅਮਲੀ ਅੰਦਰ ਤੁਹਾਡੇ ਰਚ ਚੁੱਕੇ। ਬਿਲਕੁਲ, ਮੈਨੂੰ ਭਜਨ ਅਮਲੀ ਕਰਕੇ ਲੋਕਾਂ ਨੇ ਪਿਆਰ ਕੀਤਾ। ਮੈਨੂੰ ਇਹਨਾਂ ਕੱਪੜਿਆਂ ਦੇ ਵਿੱਚ ਕੋਈ ਨਹੀਂ ਜਾਣਦਾ ਔਰ ਮੈਨੂੰ ਭਜਨ ਅਮਲੀ ਦੇ ਕਰੈਕਟਰ ਦੇ ਵਿੱਚ ਤੁਹਾਡੇ ਕਈ ਪ੍ਰਸ਼ੰਸਕ ਇਹੋ ਜਿਹੇ ਚੱਲਦੇ ਨੇ, ਜੇ ਤੁਸੀਂ ਐਂ ਜਾਓ ਸਿੱਧੇ ਤਾਂ ਹੋ ਸਕਦਾ ਲੋਕ ਤੁਹਾਨੂੰ ਪਹਿਚਾਨਣ ਨਾ ਵੀ ਇਹ ਕੌਣ ਆ ਗਿਆ। ਜਦੋਂ ਪੱਗ ਬੰਨੀ ਹੁੰਦੀ ਆ ਉਹੀ ਸ਼ਾਂਤੀ ਏ, ਜਦੋਂ ਕਰਕੇ ਆਵਾਜ਼ ਆਉਂਦੀ ਆ ਬੰਦਾ ਕਹਿੰਦਾ ਇਹ ਆ ਬੰਦਾ। ਅੱਛਾ, ਕਿਤੇ ਇਹਦਾ ਨਹੀਂ ਕਿਤੇ ਵੀ ਬਾਹਰ ਨੰਬਰ ਪਲੇਟ ਨੇਮ ਪਲੇਟ ਵੀ ਲਾ ਲਈ ਹੋਵੇ ਭਜਨ ਅਮਲੀ? ਨਹੀਂ, ਮੈਂ ਤਾਂ ਰੋਡ ਉੱਤੇ ਵੀ ਲਾਉਣ ਲੱਗਿਆ ਸੀ ਵੀ ਭਜਨ ਅਮਲੀ ਰੋਡ। ਮੈਂ ਕਿਹਾ ਫਿਰ ਲੋਕਾਂ ਨੇ ਇਤਰਾਜ਼ ਕਰ ਉਹ ਤਾਂ ਫਿਰ ਪਰਮਿਸ਼ਨ ਲੈਣੀ ਪੈਣੀ ਹੈ ਨਾ। ਅੱਛਾ, ਸਫ਼ਰ ਸ਼ੁਰੂ ਹੋਇਆ, ਸਫ਼ਰ ਦੇ ਵਿੱਚ ਤੁਹਾਨੂੰ ਮਿਲੀ ਸੰਤੀ ਜੀ। ਸੰਤੀ ਕਦੋਂ ਮਿਲੀ ਤੁਹਾਨੂੰ? ਸੰਤੀ ਨੂੰ ਤੁਹਾਡੀ ਕੋਈ ਅਸਲੀ ਘਰ ਵਾਲੀ ਸਮਝਦੇ ਨੇ ਵੀ ਅਸਲੀ ਘਰ ਵਾਲੀ? ਨਹੀਂ ਰਾਣਾ ਜੀ, ਮੈਂ ਦੱਸ ਦਿਆਂ ਕਿ ਅਸਲੀ ਘਰ ਵਾਲੀ ਤਾਂ ਮੇਰੇ ਦਲਜੀਤ ਕੌਰ ਆ ਔਰ ਮੇਰੇ 3 ਬੇਟੀਆਂ ਵਾਂ। ਵੱਡੀ ਬੇਟੀ ਤਾਂ ਮੇਰੀ ਸੰਤੀ ਜਿੱਡੀ ਹੋਣੀ, 1-2 ਸਾਲ ਉਹ ਤੋਂ ਛੋਟੀ ਹੋਣੀ ਹੈ। ਵੱਡੀ ਬੇਟੀ ਮੇਰੀ ਦਮਨਪ੍ਰੀਤ ਕੌਰ ਔਰ ਉਸ ਤੋਂ ਛੋਟੀ ਕਿਰਨਦੀਪ ਕੌਰ ਔਰ ਉਸ ਤੋਂ ਛੋਟੀ ਧਨਜੀਤ ਕੌਰ। ਛੋਟਾ ਬੇਟਾ ਲਖਨਵੀਰ ਢਿੱਲੋਂ। ਔਰ ਉਹ ਮੇਰੇ ਨਾਲ ਅੱਜ ਤੋਂ 9 ਸਾਲ ਪਹਿਲਾਂ ਜੁੜੀ ਸੀ। ਔਰ ਉਹ ਕੁੜੀ ਦੀ ਐਸੀ ਟੋਨ ਆ, ਐਸਾ ਸੁਭਾਅ, ਉਹਨੂੰ ਮੈਂ 3 ਚੀਜ਼ਾਂ ਦੱਸੀਆਂ ਸੀ। ਮੇਰੇ ਕੋਲ ਝੂਠ ਨਹੀਂ ਬੋਲਣਾ, ਮੇਰੇ ਤੋਂ ਕੁਝ ਮੰਗਣਾ ਨਹੀਂ ਹੈ, ਜਾਂ ਕਦੇ ਫੁਕਰੇਬਾਜ਼ੀ ਨਹੀਂ ਕਰਨੀ, ਇੱਧਰ ਉੱਧਰ ਮੁੰਡਿਆਂ ਵੱਲ ਜੇ ਝਾਕਣ ਝੂਕਣ ਵਾਲੀ ਇਹ ਗੱਲ ਚੱਲਦੀ ਹੈ, ਵਿਸ਼ਵਾਸ ਤੇ। ਔਰ ਉਹ 3 ਚੀਜ਼ਾਂ ਤੇ ਕਾਇਮ ਰਹੀ ਹੈ। ਔਰ 3 ਸਾਲਾਂ ਦੇ ਵਿੱਚ ਸਾਡੇ ਅੱਜ ਤੱਕ ਕਦੇ ਕੋਈ ਨੋਕ ਝੋਕ ਨਹੀਂ ਹੋਈ। ਉਹ ਮੇਰੀ ਸਾਥੀ ਕਲਾਕਾਰ ਆ। ਜਿਵੇਂ ਕਹਿੰਦੇ ਕੋਈ 2 ਚੀਜ਼ਾਂ ਦਾ ਕੋਈ ਰਾਸ਼ੀ ਮਿਲ ਜਾਂਦੀ ਆ, ਔਰ ਉਹਦੀ ਐਸੀ ਮੇਰੇ ਨਾਲ ਰਾਸ਼ੀ ਮਿਲੀਆਂ। ਉਹਦੇ ਨਾਲ ਜਿਹੜੀਆਂ 8-9 ਕੈਸਟਾਂ ਹੁੰਦੀਆਂ। ਮੈਂ ਵੀ ਸਾਥੀ ਕਲਾਕਾਰ ਦੇ ਤੌਰ ਤੇ ਕੰਮ ਕੀਤਾ ਜੀ। ਕਿਤੇ ਇਹ ਤਾਂ ਨਹੀਂ ਗੁਰਦੇਵ ਢਿੱਲੋਂ ਸੰਤੀ ਨੂੰ ਕਿਤੇ ਅੰਡਰ ਐਸਟੀਮੇਟ ਕਰਦਾ ਹੋਵੇ, ਬਰਾਬਰ ਦਾ ਨਾਲ ਕ੍ਰੈਡਿਟ ਮਿਲਦਾ ਉਸ ਕੁੜੀ ਨੂੰ? ਰਾਣਾ ਜੀ, ਤੁਹਾਡੇ ਵੀ ਤੁਸੀਂ ਵੀ ਕਿਸੇ ਨਾਲ ਕੰਮ ਕੀਤਾ, ਅਗਰ ਉਹਦਾ ਬਣਦਾ ਹਿੱਸਾ, ਉਹਦਾ ਬਣਦਾ ਸਤਿਕਾਰ ਤੁਸੀਂ ਆਪਣੇ ਸਾਥੀ ਕਲਾਕਾਰ ਨੂੰ ਨਹੀਂ ਦਿੰਦੇ ਤਾਂ ਇੱਕ ਦਿਨ ਤੁਹਾਡਾ ਸੈੱਟ ਟੁੱਟੂਗਾ। ਔਰ ਉਹ ਮੇਰੇ ਤੋਂ ਇੰਨਾ ਹੀ ਸੰਤੁਸ਼ਟ ਆ ਕੁੜੀ, ਉਹ ਸੁਮਨ, ਉਹਦੀ ਪਿੱਠ ਸੁਣਦੀ ਹੈ ਜਿੱਥੇ ਵੀ ਕਿਤੇ ਬੈਠੀ ਹੋ, ਇੰਟਰਵਿਊ ਮੇਰੀ ਦੇਖੂਗੀ। ਔਰ ਇੰਨੀ ਸੰਤੁਸ਼ਟ ਆ ਉਹ। ਕਈ ਦਫਾ ਇਹ ਕਹਿ ਦਿੰਦੇ ਆ ਢਿੱਲੋਂ ਸਾਹਿਬ ਤੁਸੀਂ ਮੈਨੂੰ ਪੇਮੈਂਟ ਜ਼ਿਆਦਾ ਦੇ ਰਹੇ ਹੋ। ਮੈਂ ਕਿਹਾ ਨਹੀਂ, ਔਰ ਮੈਂ ਅਗਰ ਤੁਹਾਡਾ ਮੈਂ ਰੱਖੂੰਗਾ ਤਾਂ ਮੈਂ ਇਹ ਸਮਝੂਗਾ ਮੈਂ ਆਪਣੀ ਬੇਟੀ ਦਾ ਹੱਕ ਮਾਰਿਆ ਵਾ। ਇਸ ਕਰਕੇ ਕਦੇ ਸਿੱਟ ਨਹੀਂ ਟੁੱਟਦੇ ਜੇ ਤੁਸੀਂ ਸਾਥੀ ਕਲਾਕਾਰ ਦਾ, ਨਾਲ ਦੇ ਕਲਾਕਾਰ ਦਾ ਪੂਰਾ ਸਤਿਕਾਰ ਕਰੋਗੇ, ਜੋ ਉਹਦਾ ਬਣਦਾ ਹਿੱਸਾ ਦੇਵੋਗੇ। 3 ਬੇਟੀਆਂ ਨੇ ਢਿੱਲੋਂ ਸਾਹਿਬ ਦੇ ਘਰੇ, ਤੁਸੀਂ 3 ਬੇਟੀਆਂ ਦਾ ਪਾਲਣ ਪੋਸ਼ਣ ਕਰ ਰਹੇ ਹੋ, ਇੱਕ ਬੇਟਾ ਵੀ ਹੈ ਜੀ। 3 ਬੇਟੀਆਂ ਬਿਨਾਂ ਜਿਹੜਾ ਘਰ ਹੈ ਸੁੰਨਾ ਹੈ। ਬੇਟੀਆਂ ਦੇ ਨਾਲ ਡਿਸਪਲਿਨ ਪੈਦਾ ਹੁੰਦਾ ਇੱਕ ਘਰ ਦੇ ਵਿੱਚ। ਬਿਲਕੁਲ। ਪਰ ਅੱਜ ਕੱਲ ਦੇ ਲੋਕਾਂ ਨੂੰ ਕੀ ਹੋ ਗਿਆ ਕਿ ਇੱਕ ਬੇਟੀ ਤੋਂ ਬਾਅਦ ਜਾਂ ਇੱਕ ਬੇਟੀ ਨੂੰ ਵੀ ਜਨਮ ਦੇਣਾ ਨਹੀਂ ਮਨਾਸਿਬ ਸਮਝਦੇ, ਭਰੂਣ ਹੱਤਿਆ ਹੋਣ ਲੱਗੀ। ਇਹਦੇ ਬਾਰੇ ਇੱਕ ਕਲਾਕਾਰ ਦੇ ਤੌਰ ਤੇ, ਇੱਕ ਗੁਰਦੇਵ ਢਿੱਲੋਂ ਦੇ ਤੌਰ ਤੇ ਕੀ ਸੋਚਦੇ ਹੋ? ਰਾਣਾ ਜੀ, ਪਹਿਲੀ ਮੈਂ ਗੱਲ ਕਰੂੰਗਾ, ਅਗਰ ਬੇਟੀ ਨਾ ਹੁੰਦੀ ਤਾਂ ਮੈਂ ਨਾ ਹੁੰਦਾ। ਔਰ ਮੈਂ ਕਹਿੰਦਾ ਹੋ ਸਕਦਾ ਮੈਂ ਬੇਟੀਆਂ ਦਾ ਦਿੱਤਾ ਹੀ ਖਾਨਾ ਜੀ। ਅਗਰ ਜਿਸ ਘਰ ਦੇ ਵਿੱਚ ਬੇਟੀ ਨਹੀਂ ਹੈ, ਜਿਵੇਂ ਤੁਸੀਂ ਪਹਿਲਾਂ ਕਹਿੰਦੇ, ਉਸ ਬੰਦੇ ਨੂੰ ਬੋਲਣ ਦੀ ਤਮੀਜ਼ ਨਹੀਂ ਹੈ, ਉਹਨੂੰ ਨਹੀਂ ਪਤਾ ਕਿ ਦੂਸਰੀਆਂ ਬੇਟੀਆਂ ਦੀ ਕਿਸ ਤਰ੍ਹਾਂ ਮੈਂ ਸਤਿਕਾਰ ਕਰਨਾ। ਇਸ ਕਰਕੇ ਮੈਂ ਤਾਂ ਬੇਟੀਆਂ, ਮੈਂ ਕਹਿੰਦਾ ਮੇਰੇ ਤਾਂ ਜਿਵੇਂ ਇੱਕ ਸਰਸਵਤੀ, ਇੱਕ ਲక్ష్ਮੀ, ਇੱਕ ਦੁਰਗਾ, 3 ਬੇਟੀਆਂ ਘਰ ਆ ਮੇਰੇ। ਹਾਂ, ਔਰ ਮੈਨੂੰ ਬਿਲਕੁਲ ਮੈਨੂੰ ਇੰਨੀ ਖੁਸ਼ੀ ਆ। ਫਿਰ ਬੇਟੀ ਦਾ ਦਾਨ ਤਾਂ ਜਿਵੇਂ ਕਹਿੰਦੇ ਆ ਪੁਰਾਣੇ ਬਜ਼ੁਰਗਾਂ ਨੇ ਕਿਹਾ ਕਿ ਇਦੋਂ ਵੱਡਾ ਦਾਨ ਕੋਈ ਨਹੀਂ। ਔਰ ਮੈਂ ਬੇਟੀਆਂ ਪਾ ਕੇ ਬਹੁਤ ਜ਼ਿਆਦਾ ਖੁਸ਼ ਹਾਂ। ਵਾਹ ਜੀ ਵਾਹ, ਦਾਦ ਦਿੰਨਾ ਇਸ ਗੱਲ ਦੀ। ਇਹ ਇੱਕ ਪੜ੍ਹੇ ਲਿਖੇ ਇਨਸਾਨ ਦੀ, ਇੱਕ ਜ਼ਿੰਦਗੀ 'ਚੋਂ ਸਿੱਖੇ ਹੋਏ ਇਨਸਾਨ ਦੀ, ਇਹਨੇ ਸਿੱਖਿਆ ਲਈ ਹੈ, ਉਹਦੇ ਬੋਲ ਨੇ, ਉਹਦੇ ਵਿਚਾਰ ਨੇ। ਪਰ ਤੁਸੀਂ ਇੱਕ ਸਿੱਖਿਆ ਲਈ ਹੋਊਗੀ ਜਿਹੜੀ ਅਸੀਂ ਸਕੂਲਾਂ ਵਿੱਚ ਜਾਂਦੇ ਹਾਂ, ਕਾਲਜਾਂ ਵਿੱਚ ਜਾਂਦੇ ਹਾਂ। ਕਿਹੜੇ ਸਕੂਲ ਦੇ ਅਧਿਆਪਕ ਨੇ, ਕਿਹੜੇ ਕਾਲਜ ਦੇ ਅਧਿਆਪਕ ਨੇ ਜਿਹੜੇ ਮਾਣ ਮਹਿਸੂਸ ਕਰਦੇ ਨੇ ਕਿ ਗੁਰਦੇਵ ਢਿੱਲੋਂ ਸਾਡਾ ਸਟੂਡੈਂਟ ਹੈ?
ਚਲੋ ਪ੍ਰਾਇਮਰੀ ਸਕੂਲ ਦੇ ਵਿੱਚ ਉਦੋਂ ਬਾਲ ਸਭਾ ਲੱਗਦੀ ਹੁੰਦੀ ਸੀ ਹਫਤੇ ਦੇ ਵਿੱਚ ਰਾਣਾ ਜੀ। ਜੀ। ਉਸ ਤੋਂ ਬਾਅਦ ਮੈਂ ਕਮਾਲਪੁਰਾ ਸਕੂਲ ਦੇ ਵਿੱਚ ਜਦੋਂ ਆ ਕੇ ਇਹ ਜ਼ਿਲ੍ਹਾ ਲੁਧਿਆਣੇ 'ਚ ਹੀ? ਹਾਂ, ਜ਼ਿਲ੍ਹਾ ਲੁਧਿਆਣਾ। ਮੇਰਾ ਪਿੰਡ ਲੰਮੇ ਆ, ਮੈਂ ਦੱਸ ਦਿਆਂ ਵਿੱਚੇ ਟੋਕ ਕੇ। ਤੇ ਅੱਜ ਕੱਲ ਮੈਂ ਲੁਧਿਆਣੇ ਕਾਫੀ ਦੇਰ ਤੋਂ, ਮੈਂ 30-32 ਸਾਲ ਤੋਂ ਲੁਧਿਆਣੇ। ਤੁਹਾਡੇ ਮਾਤਾ ਅਧਿਆਪਕ ਮਾਣ ਮਹਿਸੂਸ ਕਰਦੇ ਨੇ? ਹਾਂ, ਕਮਾਲਪੁਰੇ ਸਕੂਲ ਦੇ ਵਿੱਚ ਹੈਡ ਮਾਸਟਰ ਸਾਹਿਬ ਹੁੰਦੇ ਸੀ ਸਵਰਨ ਸਿੰਘ ਜੀ ਕਮਾਲਪੁਰੇ ਸਕੂਲ ਤੇ। ਔਰ ਜਿਨ੍ਹਾਂ ਮਾਸਟਰ ਨੇ ਮੈਨੂੰ ਤਿਆਰੀ ਕਰਵਾਈ ਸੀ, ਮੇਰੀ ਭੰਗੜਾ ਵੀ ਮੈਂ ਪਾਉਂਦਾ ਹੁੰਦਾ ਸੀ ਛੋਟੇ ਛੋਟੇ ਹੁੰਦੇ ਹੀ ਹੁਣ ਬੱਚੇ ਤਾਂ ਥਾਂ ਦੇ ਭੰਗੜ 'ਚ ਹੀ ਹੋ ਗਏ, ਪਹਿਲਾਂ ਵਿਰਲਾ ਪਾਉਂਦਾ ਆ ਉਹਦਾ ਖੂਬਸੂਰਤ ਸੀਗਾ, ਥੋੜਾ ਸੀਗਾ ਘੱਟ ਚੀਜ਼, ਤੁਹਾਨੂੰ ਪਤਾ ਵੀ ਉਹ ਜ਼ਿਆਦਾ ਚੀਜ਼ ਬੇਸਵਾਦੀ ਹੋ ਜਾਂਦੀ ਹੈ। ਮਾਸਟਰ ਮਹਿੰਦਰ ਸਿੰਘ ਜੀ ਸ਼ਾਇਦ ਉਹਨਾਂ ਦੇ ਅੱਜ ਕੱਲ ਬੱਚੇ ਹੈਗੇ, ਉਹ ਆਪ ਤਾਂ ਸ਼ਾਇਦ ਅੱਜ ਕੱਲ ਨਹੀਂ ਰਹੇ ਜੀ। ਤੇ ਇਸ ਲਈ ਕਮਾਲਪੁਰੇ ਦੇ ਲੋਕ, ਮੇਰੇ ਇਲਾਕੇ ਦੇ ਕੀ ਲੋਕ, ਸਾਰੇ ਦੁਨੀਆ ਹੀ। ਜੇ ਮੈਂ ਇਹ ਕਹਿ ਲਾਂ ਕਿ ਮੈਂ ਤੁਹਾਨੂੰ ਵੇਖ ਕੇ ਕੁਝ ਸਿੱਖਿਆ ਜਾਂ ਤੁਹਾਨੂੰ ਅਸੀਂ ਛੋਟੇ ਹੁੰਦੇ ਵੀ ਦੇਖਦੇ ਰਹੇ ਹਾਂ, ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਊਗੀ। ਤੁਸੀਂ ਸਾਡੇ ਬਹੁਤ ਸੀਨੀਅਰ ਹੋ। ਕਿਤੇ ਨਾ ਕਿਤੇ ਗੁਰਦੇਵ ਢਿੱਲੋਂ ਦੇ ਭਜਨੇ ਅਮਲੀ ਤੇ ਆ ਕੇ ਇਹ ਲੱਗ ਜਾਂਦੀ ਹੈ ਗੱਲ ਕਿੰਤੂ ਦੀ, ਕਿ ਤੁਸੀਂ ਗੱਲ ਕਿਤੇ ਬਾਹਰ ਨਿਕਲ ਜਾਂਦੇ, ਥਿੜਕ ਜਾਂਦੇ ਹੋ ਕਿਤੇ ਨਾ ਕਿਤੇ, ਕੁਛ ਇਹੋ ਜਿਹੀ ਗੱਲ ਕਰਦੇ ਹੋ ਜਿਹੜੀ ਵਿੱਚ ਬਹਿ ਕੇ ਨਹੀਂ ਸੁਣੀ ਜਾਂਦੀ ਪਰਿਵਾਰ। ਦੇਖੋ, ਸੰਪੂਰਨ ਬੰਦਾ ਕਦੇ ਨਹੀਂ ਹੁੰਦਾ। ਜੇ ਕੋਈ ਬੰਦਾ ਕਹੇ ਮੈਂ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਬਿਲਕੁਲ ਹੀ ਸੰਪੂਰਨ, ਇਹ ਤਾਂ ਗੱਲ ਵੱਖਰੀ ਹੈ। ਔਰ ਮੈਂ ਇਹ ਕਹਿਣਾ ਕਿ ਅਗਰ ਭਜਨਾ ਅਮਲੀ ਕੋਈ ਨੋਕ ਝੋਕ ਮਾੜੀ ਮੋਟੀ ਕਰ ਜਾਂਦਾ, ਜਿਵੇਂ ਇੱਕ ਦੋ ਜੋਕ ਮੇਰੇ ਹੈਗੇ, ਮੈਂ ਨਹੀਂ ਕਹਿੰਦਾ ਕਿ ਨਹੀਂ ਕਦੇ ਕੋਈ ਹੋਣੀ, ਜ਼ਰੂਰ ਕੋਈ ਨਾ ਕੋਈ ਗੱਲਬਾਤ ਹੋ ਜਾਂਦੀ ਆ ਔਰ ਬਾਅਦ ਚ ਮੈਨੂੰ ਪਤਾ ਲੱਗਦਾ ਕਿ ਮੈਂ ਕਹਿ ਗਿਆ। ਪਰ ਫਿਰ ਵੀ ਮੈਨੂੰ ਲੋਕ ਬਰਦਾਸ਼ਤ ਕਰ ਜਾਂਦੇ ਆ ਕਿ ਭਜਨਾ ਅਮਲੀ ਇਦਾਂ ਦੀ ਗੱਲ ਨੇ ਕਹੀ ਹੈ, ਗੁਰਦੇਵ ਢਿੱਲੋਂ ਨੇ ਨਹੀਂ ਕਹੀ। ਇਸ ਲਈ ਮੈਂ ਮਾਫੀ ਚਾਹੁੰਦਾ ਅਗਰ ਕਿਸੇ ਨੂੰ ਕੁਝ ਲੱਗਦਾ ਕਿ ਉਹ ਢਿੱਲੋਂ ਕੋਈ ਵਲਗਰ ਬੋਲ ਗਿਆ ਤਾਂ। ਮੈਂ ਇੱਕ ਦਫਾ ਜੋਕ ਪਿੱਛੇ ਜੇ ਆਇਆ ਸੀ, ਮੇਰੀ ਬੇਟੀ ਨੇ, ਮੈਂ ਸੁਣ ਰਿਹਾ ਸੀ, ਮੇਰੀ ਬੇਟੀ ਨੇ ਕਿਹਾ ਇੱਥੇ ਥੋੜਾ ਜਿਹਾ ਕੁਝ ਜ਼ਿਆਦਾ ਹੋ ਗਿਆ। ਮੈਂ ਮਹਿਸੂਸ ਕੀਤਾ, ਮੈਂ ਕਿਹਾ ਘਰੇ ਹੀ ਕ੍ਰਿਟਿਕ ਬੈਠੇ ਨੇ ਢਿੱਲੋਂ ਸਾਹਿਬ, ਜਿਹੜੇ ਸਾਡੇ ਪੰਜਾਬੀ ਦੇ ਕਲਾਕਾਰ ਨੇ, ਆਰਟਿਸਟ ਨੇ, ਬੜੀ ਹਉਮੈ ਦੇ ਨਾਲ ਬਿਆਨ ਦਾਗਦੇ ਨੇ ਅਕਸਰ ਅਖਬਾਰਾਂ ਦੇ ਵਿੱਚ, ਰੇਡੀਓ ਦੇ ਉੱਤੇ, ਬਾਹਰ ਜਾ ਕੇ ਕੈਨੇਡਾ ਅਮਰੀਕਾ ਦੇ ਵਿੱਚ ਵੀ, ਕਿ ਅਸੀਂ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਾਂ, ਸੱਭਿਆਚਾਰ ਦੀ ਸੇਵਾ ਕਰ ਰਹੇ ਹਾਂ। ਕੀ ਸੱਚੀ ਮੁੱਚੀ ਸੇਵਾ ਕਰ ਰਹੇ ਨੇ? ਕੀ ਰਾਣਾ ਜੀ 4-4 5-5 ਲੱਖ ਰੁਪਇਆ ਲੈ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਹੁੰਦੀ ਹੈ? ਵੀ ਇੰਨੀਆਂ ਜਿਹੜੀਆਂ ਫੀਸਾਂ ਵਧਾਈਆਂ ਨੇ ਇਹਨਾਂ ਨੇ। ਕੀ ਪਹਿਲਾਂ ਇਹ 5 ਸਟਾਰ ਹੋਟਲਾਂ ਦੇ ਵਿੱਚ ਰੂਮਾਂ 'ਚ ਠਹਿਰਦੇ ਹੁੰਦੇ ਸੀ? ਇਹ ਸਾਡੇ ਪਿੰਡਾਂ 'ਚੋਂ ਗਏ ਆ। ਕੀ ਫਸਟ ਕਲਾਸ ਦੀ ਟਿਕਟ ਹੁੰਦੀ ਸੀ ਉਦੋਂ ਇਹਨਾਂ ਕੋਲੇ? ਹੁਣ ਕਹਿੰਦੇ ਜਹਾਜ਼ ਚੜ੍ਹਨੇ ਸਾਨੂੰ ਫਸਟ ਕਲਾਸ, ਸਾਨੂੰ ਬਿਜ਼ਨਸ ਕਲਾਸ ਦੀ ਟਿਕਟ ਹੋਣੀ ਚਾਹੀਦੀ ਆ। ਔਰ ਕੀ ਇਹ ਸਾਊਂਡ ਜਿਹੜੀ ਆ ਉਹ ਲੈ ਕੇ ਦਿੱਲੀ ਆਊਗੀ ਜਾਂ ਬੰਬੇ ਤੋਂ ਆਊਗੀ? ਕੀ 50-50 ਹਜ਼ਾਰ ਰੁਪਈਆ ਸਾਊਂਡ ਦਾ ਹੋਣਾ ਚਾਹੀਦਾ? ਜਦੋਂ ਮੈਚ ਸ਼ੁਰੂ ਹੋਇਆ 20 ਵਾਰ ਦਾ ਸੈੱਟ ਹੁੰਦਾ ਸੀ ਜੀ, 2 ਹਾਰਨ ਹੁੰਦੇ ਸੀ ਬੰਝ ਗੜਾ ਕੇ। ਮੈਂ ਉਹਨਾਂ ਤੇ ਸਵਾਦ ਵਾਲੀ ਗੱਲ ਉਹ ਆ ਕਿ ਲੱਖਾਂ ਰੁਪਈਆ ਲੈ ਕੇ ਕੋਈ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ ਕਰਦੇ। ਇਹ ਆਪਣੀਆਂ ਬੈਂਕਾਂ ਭਰਨ ਲੱਗੇ ਹੋਏ ਆ। ਇੱਕ ਮੈਂ ਦੱਸ ਦਿੰਦਾ, ਆਪਣੀ ਸੇਵਾ ਆਪ ਕਰਦੇ ਨੇ ਬਸ। ਜਿਹੜੀ ਗੱਲ ਆ ਵੀ ਆਪਣੇ ਇਹਦੇ ਮਿਸਟਰ ਢਿੱਲੋਂ ਦਾ ਰੇਟ ਤਾਂ ਨਹੀਂ ਇੰਨਾ ਜ਼ਿਆਦਾ ਕਿ ਆਪਣੇ ਬੈਂਕ ਭਰਨ ਵਾਲੀ ਗੱਲ ਆ ਜਾਂ ਕਿਤੇ। ਔਰ ਭਰਾਵੋ, ਜਦੋਂ ਮੈਨੂੰ ਸੌਖੇ ਤਰੀਕੇ ਨਾਲ ਲੈ ਜਾਂਦੇ ਲੋਕ। ਦੇਖੋ, ਜਿਹੜੇ ਮੇਰੇ ਕੋਲੇ ਰਾਣਾ ਜੀ ਪਿੰਡਾਂ ਵਾਲੇ ਲੋਕ ਆਉਂਦੇ, ਮੇਰੇ ਕੋਲੇ ਸਭ ਤੋਂ ਪਹਿਲਾਂ ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਆ ਜੀ, ਅਸੀਂ ਗਰੀਬ ਜੀ ਪਾਰਟੀ ਹਾਂ। ਮੈਂ ਕਿਹਾ ਵੀ ਅੱਜ ਤੱਕ ਮੇਰੇ ਕੋਲੇ ਕਿਸੇ ਨੇ ਨਹੀਂ ਕਿਹਾ ਵੀ ਜੀ ਸਾਡੇ ਕੋਲੇ ਅਸੀਂ ਸਰਦੇ ਵਰਦੇ। ਮੈਂ ਕਿਹਾ ਭਰਾਵੋ ਤੁਸੀਂ, ਕਿਉਂਕਿ 100-100 ਰੁਪਈਆ 200-200 ਰੁਪਈਆ ਵਿਚਾਰਿਆਂ ਨੇ ਪਿੰਡ ਵਾਲਿਆਂ ਨੇ ਇਕੱਠਾ ਕੀਤਾ ਹੁੰਦਾ। ਮੈਂ ਅੱਜ ਤੱਕ ਕਦੇ ਕਿਸੇ ਪੇਮੈਂਟ ਪਿੱਛੇ ਰਾਣਾ ਜੀ ਮੈਂ ਕਿਸੇ ਗਰੁੱਪ ਨੂੰ ਵਾਪਸ ਨਹੀਂ ਕੀਤਾ। ਔਰ ਮੈਂ 32 ਸਾਲਾਂ ਦੇ ਵਿੱਚ 10,000 ਤੋਂ ਲੈ ਕੇ 8,000 ਤੋਂ ਲੈ ਕੇ 15,000 ਤੱਕ ਪੇਮੈਂਟ ਕੀਤੀ ਹੈ। 32 ਸਾਲ ਮੈਨੂੰ ਜਾਇਜ਼ ਰੱਖਿਆ ਹੈ ਸਾਰਾ ਕੁਝ। ਬਿਲਕੁਲ। ਪੰਜਾਬੀ ਬੋਲੀ ਦੀ ਸੇਵਾ, ਜੇ ਤੁਸੀਂ ਕਹੋ ਮੈਂ ਸੇਵਾ ਕਰ ਰਹੇ ਹਾਂ, ਸੇਵਾ ਦਾ ਮਤਲਬ ਕਿ ਤੁਸੀਂ ਇੱਕ ਸਰਵਿਸ ਕਰ ਰਹੇ ਹੋ, ਡਿਊਟੀ ਹੈ, ਇੱਕ ਸਾਡੀ ਡਿਊਟੀ ਕਰ ਰਹੇ ਹਾਂ। ਤੁਹਾਡੀ ਡਿਊਟੀ ਇੱਕ ਦੇ ਵਿੱਚ ਜੁੜੀ ਹੋਈ ਹੈ ਗੀਤਕਾਰੀ, ਗਾਇਕੀ। ਤੁਸੀਂ ਗੀਤਕਾਰ ਵੀ ਹੋ, ਗਾਇਕ ਵੀ ਹੋ। ਪਰ ਗੀਤਕਾਰ ਤੇ ਗਾਇਕ ਕਿਤੇ ਗਵਾਚ ਗਿਆ, ਇਹ ਜਾਣ ਕੇ ਗਵਾਚਿਆ ਜਾਂ ਆਪਣੇ ਆਪ ਲਾਂਭੇ ਕਰਤਾ? ਕੀ ਚੱਕਰ ਹੈ ਇਹਦੇ ਬਾਰੇ? ਰਾਣਾ ਜੀ, ਸਭ ਤੋਂ ਪਹਿਲਾਂ ਮੈਂ 74 ਸਾਲ ਦੇ ਵਿੱਚ 74 ਦੇ ਵਿੱਚ ਹਰਚਰਨ ਗਰੇਵਾਲ ਕੋਲੇ ਆ ਕੇ ਉਹਨਾਂ ਨੂੰ ਉਸਤਾਦ ਬਣਾਇਆ। ਅੱਛਾ, ਗਰੇਵਾਲ ਸਾਹਿਬ ਨਾਲ ਤੁਹਾਡੀ ਸਾਂਝ ਰਹੀ ਹੈ? ਬਿਲਕੁਲ। ਔਰ 4 ਸਾਲਾਂ ਬਾਅਦ ਮੈਨੂੰ 20 ਰੁਪਏ ਪੇਮੈਂਟ ਮਿਲਣ ਲੱਗੀ ਸੀ, ਜਿਹਦੇ ਵਿੱਚ ਮੈਂ ਰੋਟੀਆਂ ਵੀ ਲਾਉਂਦਾ ਸੀ, ਕੋਠੀ ਦੀ ਸਫਾਈ ਵੀ ਕਰਦਾ ਸੀ, ਗੱਡੀ ਵੀ ਚਲਾਉਂਦਾ ਸੀ, ਜਾ ਕੇ ਸਟੇਜ ਰੇੜੀਆਂ ਜੋੜ ਕੇ ਸਟੇਜ ਵੀ ਲਾਉਂਦਾ ਸੀ, ਕੱਪੜੇ ਵੀ ਧੋਂਦਾ ਸੀ। ਆਪਣੀ ਮਰਜ਼ੀ ਨਾਲ ਕਰਦੇ ਸੀ ਜਾਂ ਕੰਮ ਕਰਾਇਆ? ਔਰ ਮੈਨੂੰ ਇੰਨਾ ਚਾਅ ਸੀ 4 ਸਾਲਾਂ ਬਾਅਦ, ਅੱਜ ਕੱਲ ਕੋਈ 4 ਦਿਨ ਕੱਟ ਕੇ ਦਿਖਾਵੇ। ਔਰ 4 ਸਾਲਾਂ ਬਾਅਦ ਜਦੋਂ ਮੈਨੂੰ 20 ਰੁਪਏ ਪੇਮੈਂਟ ਮਿਲਣ ਲੱਗੀ, ਮੈਨੂੰ ਬੜੀ ਖੁਸ਼ੀ ਹੋਈ। ਔਰ ਮੈਨੂੰ 20 ਰੁਪਏ ਵੀ ਉਹਨਾਂ ਦਿਨਾਂ ਦੇ ਵਿੱਚ 20 ਰੁਪਏ ਕਾਫੀ ਸੀਗੇ। ਔਰ ਮੈਂ ਇੰਨਾ ਖੁਸ਼ ਹੋ ਕੇ ਕੰਮ ਕੀਤਾ ਔਰ ਇੰਨਾ ਮੈਨੂੰ ਚਾਅ ਸੀਗੇ, ਇੰਨੀ ਖੁਸ਼ੀ ਸੀ, ਕਿਉਂਕਿ ਕਲਾਕਾਰ ਥੋੜੇ ਸੀਗੇ। ਕਲਾਕਾਰਾਂ ਦਾ ਉਦੋਂ ਸਤਿਕਾਰ ਬਹੁਤ ਸੀ। ਅੰਦਰ ਤੁਹਾਡੇ ਅੱਗ ਸੀ ਇੱਕ ਵੀ ਕੁਝ ਕਰਨਾ ਹੈ। ਬਿਲਕੁਲ। ਨਹੀਂ, ਤੁਸੀਂ ਜਿਵੇਂ ਇੰਨਾ ਕੰਮ ਕੀਤਾ, ਹੁਣ ਤੁਹਾਡੇ ਕੋਲੇ ਕੋਈ ਮੁੰਡੇ ਆਉਂਦੇ ਹੋਣਗੇ, ਤੁਸੀਂ ਤਾਂ ਨਹੀਂ ਕਦੇ ਐਂ ਕੀਤਾ ਭਾਈ ਸਫਾਈ ਕਰ, ਇਹ ਕਰ, ਉਹ ਕਰ, ਮੇਰੀ ਗੱਡੀ ਚਲਾ, ਗੱਡੀ ਸਾਫ਼ ਕਰ? ਕਈ ਦਫਾ ਬੈਠਾ ਕੋਈ ਬੰਦਾ ਲੱਤ ਘੁੱਟਣ ਲੱਗ ਜਾਂਦਾ, ਮੈਂ ਕਹਿੰਦਾ ਰੱਬ ਦੇ ਵਾਸਤੇ ਮਿਹਨਤ ਵਾਲੀ ਗੱਲ ਆ ਰਾਣਾ ਜੀ, ਸੱਚੀ ਗੱਲ। ਅੱਜ ਤੱਕ ਮੈਂ ਕਦੇ ਕਿਸੇ ਬੰਦੇ ਤੋਂ ਲੱਤ ਘਟਾਉਣ ਵਾਲੀ ਤਾਂ ਗੱਲ ਹੀ ਛੱਡੋ ਕਿ ਮੈਂ ਕਈ ਦਫਾ, ਮੈਂ ਡਰਾਈਵਰ ਵੀ ਨਹੀਂ ਅੱਜ ਤੱਕ ਰੱਖਿਆ, ਮੈਂ ਗੱਡੀ ਵੀ ਆਪ ਚਲਾਉਂਦਾ, ਖੁਦ ਮੈਂ ਡਰਾਈਵ ਕਰਦਾ ਵਾਂ। ਹਾਂ, ਕਦੇ ਹੋਇਆ ਤਾਂ ਮੈਂ ਡਰਾਈਵਰ ਨੂੰ ਨਾਲ ਬਿਠਾ ਲੈਣਾ ਵਾਂ। ਤੇ ਗੱਲ ਚੱਲੀ ਸੀ ਕਿ ਮੈਂ
ਇਸ ਲਾਈਨ ਦੇ ਵਿੱਚ ਗਾਇਕ ਬਣ ਨਹੀਂ ਆਇਆ ਸੀ। ਅੱਛਾ ਮੇਰੇ ਸਵਰਗੀ ਜਗਮੋਹਨ ਕੌਰ ਦੇ ਨਾਲ HMV ਕੰਪਨੀ ਦੇ ਵਿੱਚ ਗੀਤ ਰਿਕਾਰਡ ਆ। ਅੱਛਾ ਪਾਲੀ ਦੇਤਾਵਾਲੀਆ ਸਾਹਿਬ ਦੇ ਲਿਖੇ ਹੋਏ, ਪਰਮਿੰਦਰ ਸੰਧੂ ਨਾਲ ਮੇਰੇ ਗੀਤ ਰਿਕਾਰਡ ਆ, ਔਰ ਉਸ ਤੋਂ ਇਲਾਵਾ ਹਰਦੀਪ ਦੀਆਂ ਕੈਸਟਾਂ ਦੇ ਵਿੱਚ ਮੇਰੇ ਗੀਤ ਰਿਕਾਰਡ ਆ। ਯੂ ਟਰਨ ਕਿਵੇਂ ਮਾਰੀ? ਯੂ ਟਰਨ ਇਸ ਤਰ੍ਹਾਂ ਹੀ ਹੋਇਆ, ਜਦੋਂ ਪਹਿਲਾਂ ਮੈਂ ਨਾਲ ਸਟੇਜ ਸੈਕਟਰੀ ਕਰ ਜੇ ਮੈਂ ਇਸ ਲਾਈਨ 'ਚ ਮੈਨੂੰ ਮਾਲਕ ਨੇ ਬਖਸ਼ਿਸ਼ ਕੀਤੀ ਆ, ਤਾਂ ਮੈਂ ਗੱਡੀ ਚਲਾਉਣ ਕਰਕੇ ਮੈਂ ਗੱਡੀ ਚਲਾਉਂਦਾ ਸੀ, ਨਾਲ ਸਟੇਜ ਲਵਾ ਦੇਣੀ, ਤਾਂ ਸਟੇਜ ਲਵਾਉਂਦਿਆਂ ਮੈਂ ਰੁਪਈਏ ਬੋਲਣ ਲੱਗ ਜਾਣਾ। ਅੱਛਾ ਰੁਪਈਏ ਨਾਮ ਆਇਆ ਭਾਈ। ਹਾਂ, ਉਦੋਂ ਇਨਾਮ ਵੀ ਇਹ ਵੀ ਕਾਪੀ ਤੇ ਹੁੰਦਾ ਸੀ, 1 ਰੁਪਈਆ ਜੇ ਫਲਾਣਾ ਸਿੰਘ ਸੰਤਾ ਸਿੰਘ ਸਾਨੋ ਫਲਾਣਾ ਸਿੰਘ ਪੱਤੀ ਫਲਾਨੀ ਨਾਂ ਨਹੀਂ ਬੋਲਦੇ ਗੁੱਸੇ ਹੋ ਜਾਣਾ। ਹਾਂ, ਤੇ ਇਸ ਕਰਕੇ ਮੈਂ ਹੌਲੀ ਹੌਲੀ ਇੱਕ ਅੱਧਾ ਜੋਕ ਬੋਲਣ ਲੱਗ ਗਿਆ। ਜੋਕ ਬੋਲਦਾ ਚਲੋ ਮੈਂ ਸੀਮਾ ਦੇ ਨਾਲ ਦੁਗਾਣੇ ਵੀ ਗਾਉਂਦਾ ਹੁੰਦਾ, ਬੇਸ ਮੇਰਾ ਬੜਾ ਗਾਇਕੀ ਦੇ ਵਿੱਚ ਆਵਾਜ਼ ਦੇ ਵਿੱਚ ਵੀ ਬੇਸ ਹੈ। ਤੇ ਇਸ ਕਰਕੇ ਐਸੀ ਬਖਸ਼ਿਸ਼ ਕੀਤੀ ਮੇਰੇ ਮਾਲਕ ਨੇ, ਜੋ ਮੈਂ ਇੱਕ ਦਫਾ ਕੀ ਹੋਇਆ, ਮੈਂ ਗੱਡੀ ਚਲਾਉਂਦਾ ਮੈਂ ਰੋਣ ਲੱਗ ਗਿਆ। ਚਰਨ ਗਰੇਵਾਲ ਨੇ ਪਿੱਛੋਂ ਮੈਨੂੰ ਘੂਰਿਆ। ਉਦੋਂ ਇੱਕੋ ਇਨਵੈਸਟਰ ਕਾਰ ਹੁੰਦੀ ਸੀ, ਉਹਦੇ ਚ ਇੱਕ ਢੋਲ ਕਾਲਾ ਹੁੰਦਾ ਸੀ, ਇੱਕ ਘੜੇ ਵਾਲਾ, ਤੇ ਬਾਕੀ ਅਸੀਂ ਸਾਰੇ ਅੱਜ ਕੱਲ ਮੰਗੂ ਨੇ ਵੀ ਜਿਵੇਂ ਲਾਮ ਲਸ਼ਕਰ ਜਾ ਰਿਹਾ ਮੰਤਰੀ ਦਾ। ਆਏ ਹਾਏ ਰਾਣਾ ਜੀ, ਕੀ ਹੋ ਗਿਆ? ਇੱਕ ਗੱਡੀ ਤਾਂ ਜਾਂਦੀ ਆ ਸਾਊਂਡ ਵਾਸਤੇ ਹੈ, ਔਰ ਸਾਜੀ ਮਾੜੀ ਬਰਾਤ ਜਿੰਨੇ ਸਾਜੀ ਹੁੰਦੇ ਹੈ, ਔਰ ਸਾਰਿਆਂ ਦੇ ਅੱਜ ਕੱਲ ਤਾਂ ਕਈ ਸਿੰਗਰਾਂ ਨੇ ਜਿਹੜੇ ਉਹ ਵੀ ਇਧਰ ਨੂੰ ਤੁਰ ਪਏ। ਮੈਂ ਕਹਿੰਦਾ ਸ਼ੁਕਰ ਆ ਜੇ ਕੀਰਤਨੀਆਂ ਜੱਥੇ ਬੈਠੇ ਆ ਥੱਲੇ ਹਜੇ, ਹੈ ਵੀ ਸ਼ੁਕਰ ਕਰੋ ਬਾਣੀ ਨੂੰ ਨਾ ਬੈਠ ਕੇ ਪੜ੍ਹਦੇ ਆ। ਐਸੀਆਂ ਪੁੱਠੀਆਂ ਸਿੱਧੀਆਂ ਛਾਲਾਂ ਮਾਰਦਾ ਜਿਹਦਾ ਗੀਤਾਂ ਦੇ ਨਾਲ ਕੋਈ ਮਤਲਬ ਹੀ ਨਹੀਂ, ਕੋਈ ਤਾਂ ਉਦੋਂ ਖੜ ਕੇ। ਚਰਨ ਗਰੇਵਾਲ ਹੋਰਾਂ ਦੀ ਗੱਲ ਚੱਲੀ ਹੈ, ਤੁਹਾਡੇ ਅਤੀਤ ਦੀ ਗੱਲ ਚੱਲ ਰਹੀ ਹੈ। ਇੱਕ ਤੁਹਾਡੇ ਨਾਂ ਜੁੜਿਆ ਹੈ ਕੇਦੀਪ ਦਾ ਵੀ, ਉਹਨਾਂ ਨਾਲ ਤੁਹਾਡਾ ਰਿਲੇਸ਼ਨ? ਕੇਦੀਪ ਸਾਹਿਬ ਰਾਣਾ ਮੈਂ 7 ਸਾਲ ਉਹਨਾਂ ਦੇ ਨਾਲ ਰਿਹਾ ਰਾਣਾ ਜੀ। ਕੇਦੀਪ ਸਾਹਿਬ ਕਾਮੇਡੀ ਚ ਮੇਰੇ ਉਸਤਾਦ। ਉਹਨਾਂ ਨੇ ਸ਼ੁਰੂਆਤ ਕੀਤੀ ਹੈ ਇੱਕ ਆਡੀਓ ਦੀ, ਤੇ ਅੱਜ ਉਸ ਨਾਂ ਨੂੰ ਭੁੱਲ ਭੁਲਾਈ ਗਏ ਨੇ ਲੋਕ ਕੇਦੀਪ। ਹਾਂ, ਕਿਉਂਕਿ ਉਹਨਾਂ ਦਾ ਗੈਪ ਚੁਟਕਲੇ ਵੀ ਚੱਕੇ ਨੇ ਕਈ ਲੋਕਾਂ ਨੇ। ਹਾਂ ਬਿਲਕੁਲ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਗੈਪ ਬਹੁਤ ਜ਼ਿਆਦਾ ਪੈ ਗਿਆ ਸੀ। ਅਗਰ ਮੈਨੂੰ ਵੀ ਕਹਾਂ ਕਿ ਮੈਨੂੰ ਵੀ ਅਗਰ ਬੈਨੀਫਿਟ ਮਿਲਿਆ ਸੀ, ਤਾਂ ਜਿਵੇਂ ਮਾਈ ਮੋਣੋ ਸੀਗਾ ਤੇ ਪੋਸਤੀ, ਉਹੀ ਕੁਛ ਨਾ ਜਾਂ ਇਦਾਂ ਹੀ ਕੁਦਰਤੀ ਤੌਰ ਤੇ ਬੈਠੇ ਮੈਂ ਤੇ ਜਰਨੈਲ ਘਮਾਣ ਸਾਹਿਬ ਗੱਲ ਕਰਦੇ ਸੀ, ਯਾਰ ਮੈਂ ਜ਼ਿਆਦਾ ਅਮਲੀਆਂ ਦੇ ਜੋਕ ਬੋਲਦਾ ਸੀ। ਮੈਂ ਕਿਹਾ ਇਹੋ ਜਿਹਾ ਨਾਂ ਰੱਖਿਆ ਜਾਵੇ ਜਿਹੜਾ ਪਿੰਡ ਦੇ ਵਿੱਚ ਜਿਹਨੂੰ ਤਕਰੀਬਨ ਜਾਣਦੇ। ਕੁਦਰਤੀ ਭਜਨ ਅਮਲੀ ਸਾਡੇ ਪਿੰਡ ਚੋਂ ਚਾਚਾ ਹੀ ਲੱਗਦਾ ਸੀ ਮੇਰਾ, ਸੰਤੀ ਸਾਡੀ ਚਾਚੀ ਸੀ। ਪਹਿਲੀ ਕੈਸਟ ਆਈ ਮਹਿਫਲ ਅਮਲੀ ਦੀ, ਔਰ ਉਹ ਐਸੀ ਹਿੱਟ ਹੋਈ ਰਾਣਾ ਜੀ ਕਿ ਐਸੀ, ਮੈਂ ਕਹਿੰਦਾ ਸ਼ੁਕਰ ਆ ਦਾਤਾ, ਸਾਨੂੰ ਤਾਂ ਕੋਈ ਰੇੜੇ ਤੇ ਨਹੀਂ ਚੜਾਉਂਦਾ ਸੀ, ਅੱਜ ਜਹਾਜ਼ਾਂ 'ਚ ਚੜੇ ਫਿਰਦੇ। ਗੁਰਦੇਵ ਢਿੱਲੋਂ ਦੇ ਹੁਣ ਤੱਕ ਦੇ ਸਫ਼ਰ ਦੇ ਵਿੱਚ ਮਾਰਕੀਟ ਦੇ ਵਿੱਚ ਕਿੰਨੀਆਂ ਕੈਸਟਾਂ ਆ ਚੁੱਕੀਆਂ? ਮੈਂ ਸੈਂਚਰੀ ਪੂਰੀ ਕਰਨ ਵਾਲਿਆ, ਜਿਹਦੇ ਵਿੱਚੋਂ 25 ਕੈਸਟਾਂ ਧੋਨੀ ਵਾਲਾ ਕੰਮ ਕਰਤਾ। ਹਾਂ, 25 ਨੇ ਢੋੜ ਵਾਲਾ 25 ਕੈਸਟਾਂ ਦੇ ਵਿੱਚ ਮੇਰੀਆਂ ਧਾਰਮਿਕ ਕੈਸਟਾਂ ਦੇ ਵਿੱਚ ਮੇਰੀ ਕਮੈਂਟਰੀ ਹੈ। ਅੱਛਾ। ਤੇ ਔਰ 25-30 ਕੈਸਟਾਂ ਉਹ ਆ ਜਿਨ੍ਹਾਂ ਦੇ ਵਿੱਚ ਪਹਿਲਾਂ ਮੈਂ ਇਕੱਲੇ ਨੇ ਕਾਮੇਡੀ ਕੀਤੀ ਹੈ, ਔਰ 15 ਤੋਂ 18 ਕੈਸਟਾਂ ਉਹ ਜਿਹੜੀਆਂ ਮੇਰੀਆਂ ਡਿਊਟ ਕਾਮੇਡੀ ਆ, ਜਿਹੜੀਆਂ ਹਿੱਟ ਹੋਈਆਂ ਵਾ। ਇਸ ਕਰਕੇ 90 ਦੇ ਕਰੀਬ। ਹਾਂਜੀ, ਤੁਹਾਡੀ ਸੈਂਚਰੀ ਪੂਰੀ ਹੋਣ ਵਾਲੀ ਹੈ। ਅੱਛਾ, ਇੰਨਾ ਸਤਿਕਾਰ ਮਿਲਦਾ ਬਾਹਰੋਂ, ਇੰਨਾ ਪਿਆਰ ਮਿਲਦਾ, ਬਾਹਰੋਂ ਦਾ ਸਤਿਕਾਰ ਪਿਆਰ ਲੈ ਕੇ ਆਉਂਦੇ ਹੋ। ਕਈ ਵਾਰੀ ਆਰਟਿਸਟ ਨੂੰ ਆਦਤ ਪੈ ਜਾਂਦੀ ਹੈ ਕਿ ਘਰੋਂ ਵੀ ਮੈਨੂੰ ਇਹੀ ਸਤਿਕਾਰ ਮਿਲੇ, ਉਸੇ ਤਰ੍ਹਾਂ ਦਾ ਮੈਨੂੰ ਸਾਰਾ ਕੁਝ ਮਿਲੇ ਬਾਹਰੋਂ, ਜੋ ਮੈਨੂੰ ਬਾਹਰ ਮਿਲਦਾ। ਘਰੇ ਤੁਸੀਂ ਇਹ ਪਸੰਦ ਕਰਦੇ ਹੋ, ਜਾਂ ਤੁਸੀਂ ਇੱਕ ਅਲੱਗ ਜੌਬ ਆਪਣੀ ਉੱਥੇ ਨਿਭਾਉਂਦੇ ਹੋ ਜਾ ਕੇ? ਘਰ ਪ੍ਰਤੀ ਤੁਹਾਡੇ ਕੀ ਫਰਜ਼ ਹੈ, ਕੀ ਉਹਨੂੰ ਅਦਾ ਕਰ ਰਹੇ ਹੋ ਫਰਜ਼ਾਂ ਨੂੰ? ਰਾਣਾ ਜੀ, ਜਦ ਤੱਕ ਮੇਰੇ ਨੈਣ ਪ੍ਰਾਣ ਕੰਮ ਕਰਦੇ, ਮੈਂ ਕਿਸੇ ਤੇ ਨਿਰਭਰ ਹੋਣਾ ਨਹੀਂ ਚਾਹੁੰਦਾ, ਚਾਹੇ ਮੇਰੀ ਬੇਟੀ ਆ, ਚਾਹੇ ਮੇਰੀ ਮਿਸ ਆ। ਹੈ ਮੈਂ ਆਪਣੇ ਕੰਮ ਦੇ ਵਿੱਚ ਪੂਰਾ, ਮੈਂ ਚਾਹੁੰਦਾ ਕਿ ਜੇ ਮੈਂ ਕੱਪੜੇ ਵੀ ਪ੍ਰੈਸ ਕਰਨੇ ਤਾਂ ਮੈਂ ਖੁਦ ਹੀ ਕਰਾਂ, ਜੇ ਬੂਟ ਪਾਲਿਸ਼ ਕਰਨਾ ਮੈਂ ਖੁਦ ਹੀ ਕਰਾਂ, ਜੇ ਮੈਂ ਗੱਡੀ ਡਰਾਈਵ ਕਰਨੀ ਤਾਂ ਮੈਂ ਖੁਦ ਹੀ ਕਰਾਂ। ਮੈਨੂੰ ਕਿਸੇ ਤੇ ਕੋਈ ਉਮੀਦ ਨਹੀਂ ਹੈ। ਪਰ ਜਿੰਨਾ ਮੇਰੀ ਮਿਸ ਆ ਦਲਜੀਤ ਕੌਰ, ਉਹ ਬੱਚਿਆਂ ਨੂੰ ਸੰਭਾਲਦੀ ਆ, ਉਹਦਾ ਅੱਜ ਤੱਕ ਨਹੀਂ ਮੈਨੂੰ ਪਤਾ ਕਿ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ, ਪਰ ਉਹਨੇ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਉਹਨੇ ਕੰਟਰੋਲ 'ਚ ਰੱਖਿਆ। ਉਹਦੀ ਉਹ ਡਿਊਟੀ ਆ। ਬਾਕੀ ਜਨਾਨੀਆਂ ਨੂੰ ਪੈਸੇ ਨਾਲ ਹੁੰਦਾ, ਮੈਂ ਆਪਣੀ ਜੇਬ 'ਚ ਤਾਂ ਰਾਣਾ ਜੀ ਕਦੇ ਪੈਸਾ ਕੋਈ ਰੱਖਿਆ। ਅੱਛਾ, ਤੁਸੀਂ ਆਪਣੀ ਡਿਊਟੀ ਪੂਰੀ ਕਰੀ ਜਾ ਰਹੇ। ਮੈਂ ਕਦੇ ਬੈਂਕ 'ਚ ਨਹੀਂ ਗਿਆ ਭਰਾਵੋ, ਥੋੜੇ ਬਹੁਤ ਪੈਸੇ ਹੈਗੇ ਉਹੀ ਜਾਂਦੀ ਹੈ, ਜਿਉਂਦੀ ਵਸਦੀ ਰਹੇ। ਉਹਦਾ ਬਹੁਤ ਵੱਡਾ ਯੋਗਦਾਨ, ਉਹਨੇ ਘਰ ਨੂੰ ਸੰਭਾਲ ਕੇ ਰੱਖਿਆ। ਮੈਂ ਉੱਤੇ ਕਦੇ ਡਿਪੈਂਡ ਨਹੀਂ ਹਾਂ, ਜਿੰਨੀ ਕੁ ਮੈਨੂੰ ਲੋੜ ਆ ਉਹੀ ਗੱਲ ਆ ਵੀ ਤੁਸੀਂ ਕਿਸੇ ਤੇ ਡਿਪੈਂਡ ਨਾ ਹੋਵੋ। ਜਦ ਤੱਕ ਤੁਹਾਡੇ ਨੈਣ ਪ੍ਰਾਣ ਕੰਮ ਕਰਦੇ ਉਦੋਂ ਤੱਕ ਕਰੋ। ਕਿਉਂ ਐਵੇਂ ਬੈਠ ਕੇ ਤੁਸੀਂ ਕਹੋ ਮੇਰੇ ਕੱਪੜੇ ਵੀ ਪ੍ਰੈਸ ਕਰ ਦਿਓ, ਮੇਰੀ ਬੂਟ ਪਾਲਿਸ਼ ਮੇਰੇ ਕਰ ਦਿਓ, ਮੈਨੂੰ ਸਾਹਮਣੇ ਆਉਂਦੇ ਆ ਮੈਨੂੰ ਤੁਸੀਂ ਫਲਾਨਾ ਕਰੋ, ਨਹੀਂ। ਇਹ ਚੀਜ਼ ਬਿਲਕੁਲ ਬਹੁਤ ਸਹੀ ਗੱਲ ਹੈ। ਬਾਕੀ ਢਿੱਲੋਂ ਸਾਹਿਬ ਨਾਲ ਮੈਂ ਉਹਨਾਂ ਦੀ ਦੁੱਖ ਦੀ ਰਗ ਤੇ ਹੱਥ ਐਸੇ, ਉਹਨਾਂ ਨੇ ਉਹਦੇ ਬਾਰੇ ਬਹੁਤ ਜ਼ਿਆਦਾ ਵਧੀਆ ਚਾਨਣਾ ਪਾਇਆ। ਦੇਖੋ, ਸਤਿਕਾਰ ਹਰੇਕ ਨੂੰ ਦੇਣਾ ਚਾਹੀਦਾ ਹੈ, ਆਪਣਾ ਅਤੀਤ ਕਦੇ ਨਹੀਂ ਭੁੱਲਣਾ ਚਾਹੀਦਾ। ਤੁਹਾਡਾ ਇੱਕ ਕਰੈਕਟਰ ਹੈ ਭਜਨਾ ਅਮਲੀ, ਜਿਹਦੇ ਬਾਰੇ ਬੱਚਾ ਜਾਣਦਾ ਹੈ, ਸਾਰੇ ਜਾਣਦੇ ਨੇ ਤੁਹਾਡੇ ਉਸ ਕਰੈਕਟਰ ਬਾਰੇ। ਜਿਹੜਾ ਭਜਨਾ ਅਮਲੀ ਦਾ ਕਰੈਕਟਰ ਹੈ, ਉਹਦੇ ਨਾਲ ਅਮਲੀ ਜੁੜਿਆ ਹੋਇਆ ਹੈ। ਹੁਣ ਕਈ ਵਾਰੀ ਮੰਡੀਰ ਤੱਕ ਇਹ ਗਲਤ ਸੰਦੇਸ਼ ਨਹੀਂ ਜਾਂਦਾ ਹੋਣਾ ਵੀ ਯਾਰ ਭਜਨੇ ਅਮਲੀ ਦੀ ਬੜੀ ਚੜਾਈ ਹੈ, ਅਮਲੀ ਦੀ ਆਪਾਂ ਵੀ ਕੋਈ ਅਮਲ ਕਰਨ ਲੱਗ ਜਾਈਏ। ਹਾਂ, ਸ਼ਾਇਦ ਮੈਨੂੰ ਜਦੋਂ ਪਹਿਲਾਂ ਨਹੀਂ ਪਤਾ ਸੀਗਾ, ਮੈਂ ਕਈ ਦਫਾ ਨਸ਼ੇ ਦੇ ਕੋਈ 10 ਇਦਾਂ ਕਰਕੇ ਬੰਦੇ ਨੂੰ ਫਲਾਨਾ ਹੋ ਜਾਂਦਾ ਨਸ਼ਾ ਕਰਕੇ। ਹੁਣ ਮੈਂ ਨਾਲ ਇਹ ਮੈਸੇਜ ਦੇਣ ਲੱਗ ਗਿਆ, ਭਰਾਵੋ ਅਗਰ ਗੁਰਦੇਵ ਢਿੱਲੋਂ ਨਸ਼ਾ ਕਰਨ ਲੱਗ ਜੇ ਤਾਂ ਉਹਦੀ ਆਹ ਹਾਲਤ ਹੋ ਜਾਂਦੀ, ਉਹ ਭਜਨਾ ਅਮਲੀ ਬਣ ਜਾਂਦਾ। ਉਹਦੇ ਕੱਪੜੇ ਇਦਾਂ ਦੇ ਹੁੰਦੇ, ਉਹਨੂੰ ਬੋਲਣ ਦਾ ਪਤਾ ਨਹੀਂ, ਥਾਂ ਥਾਂ ਤੋਂ ਉਹਦੇ ਜੁੱਤੀਆਂ ਪੈਂਦੀਆਂ। ਇਹ ਸਿੰਬਲ ਹੈ, ਉਹ ਪ੍ਰਤੀਕ ਹੈ ਬਿਲਕੁਲ, ਕਿ ਗੁਰਦੇਵ ਢਿੱਲੋਂ
ਕੀ ਪਰਸਨੈਲਿਟੀ ਸੀ ਔਰ ਭਜਨਾਵਲੀ ਨਸ਼ਾ ਕਰਨ ਤੋਂ ਬਾਅਦ ਆਹ ਬਣ ਗਿਆ। ਇਸ ਲਈ ਮੈਂ ਬੇਨਤੀ ਕਰਦਾ ਭਰਾਵੋ, ਨਸ਼ਾ ਤਾਂ ਰੋਟੀ ਦਾ ਵੀ ਮਾੜਾ, ਜੇ ਨਸ਼ਾ ਕਰਨਾ ਤਾਂ ਚੰਗੇ ਕੰਮਾਂ ਦਾ ਹੀ ਕਰੋ। ਨਸ਼ਾ ਤਾਂ ਕਿਸੇ ਚੀਜ਼ ਦੇ ਵੀ ਤੁਸੀਂ ਆਦੀ ਹੋ ਗਏ, ਤੁਸੀਂ ਹੈਂਡੀਕੈਪਟ ਹੋ ਜਾਓਗੇ। ਇਸ ਲਈ ਨਸ਼ਾ ਬਹੁਤ ਮਾੜਾ। ਮੁਕਤੀ ਹੋਈ ਚਾਹੀਦੀ ਹੈ ਇਸ ਗੱਲ ਤੋਂ। ਬਿਲਕੁਲ। ਅੱਛਾ, ਇੱਕ ਤੁਹਾਡਾ ਹੁਣ ਆਡੀਓ ਦਾ ਫੀਲਡ ਹੈ, ਹੁਣ ਇੱਕ ਨਵਾਂ ਟ੍ਰੈਂਡ ਤੁਰਿਆ ਵੀਡੀਓ ਸੀਡੀ ਦਾ, ਪਿੱਛੇ ਤੁਹਾਡੀ ਜਿਹੜੀ ਭਜਨਾਮਲੀ ਸੱਪਾਂ ਵਾਲਾ ਉਹਦਾ ਲੋਕਾਂ ਨੇ ਆਨੰਦ ਮਾਣਿਆ, ਪਰ ਫੀਚਰ ਫਿਲਮਾਂ ਬਹੁਤ ਬਣ ਰਹੀਆਂ ਨੇ ਪੰਜਾਬੀ ਦੀਆਂ, ਹੁਣ ਚੰਗਾ ਯੁੱਗ ਆ ਗਿਆ ਫਿਲਮਾਂ ਦਾ। ਜੀ। ਭਜਨਾਮਲੀ ਜਾਂ ਗੁਰਦੇਵ ਢਿੱਲੋਂ ਕਿਤੇ ਨਾ ਕਿਤੇ ਮਾਈਨਸ ਰਿਹਾ, ਜੇ ਕਿਤੇ ਕੰਮ ਕੀਤਾ ਵੀ ਹੈ ਫਿਲਮਾਂ ਦੇ ਵਿੱਚ ਤਾਂ ਉਹ ਕ੍ਰੈਡਿਟ ਨਹੀਂ ਮਿਲਿਆ ਜਾਂ ਨੋਟਸ ਨਹੀਂ ਲਿਆ ਗਿਆ। ਫਿਲਮਾਂ ਦੇ ਵਿੱਚ ਕੰਮ ਦੀ ਜਿਹੜੀ ਤੁਹਾਡੀ ਗੈਰ ਹਾਜ਼ਰੀ ਹੈ ਜਾਂ ਉੱਥੇ ਕੰਮ ਨਹੀਂ ਆਇਆ ਇੰਨਾ, ਉਹ ਕੀ ਚੱਕਰ ਆ, ਉਹਦੇ ਵਿੱਚ ਕਾਰਨ ਕੀ ਹੈ? ਰਾਣਾ ਜੀ, ਇਹ ਹੋ ਸਕਦਾ ਜਿਹੜੇ ਕਲਾਕਾਰ ਫਿਲਮਾਂ ਬਣਾਉਂਦੇ ਆ ਜਾਂ ਜਿਹੜੇ ਸੱਜਣ ਫਿਲਮਾਂ ਬਣਾਉਂਦੇ ਆ, ਮੈਨੂੰ ਲੱਗਦਾ ਕਿ ਮੈਂ ਹਜੇ ਉਸ ਲਾਇਕ ਨਹੀਂ ਹੈ। ਨਹੀਂ, ਕਿਉਂ ਲਾਇਕ ਕਿਉਂ ਨਹੀਂ? ਤੁਹਾਡੇ 'ਚ ਟੈਲੈਂਟ ਹੈ ਜਾਂ ਉਹਨਾਂ ਨੇ ਮੈਨੂੰ ਯਾਦ ਨਹੀਂ ਕੀਤਾ। ਮੈਂ ਇਹ ਤਾਂ ਹੈ ਨਹੀਂ ਕਿ ਮੈਂ ਝੋਲਾ ਚੱਕ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਕੋਲੇ ਬੈਠਾ ਰਹਾਂ ਜੀ ਮੈਨੂੰ ਥੋੜਾ ਜਿਹਾ ਸੀਨ ਦਿਓ। ਮੈਂ ਆਪਣੇ ਕੰਮ 'ਚ ਸੰਤੁਸ਼ਟ ਹਾਂ, ਜਦੋਂ ਉਹਨਾਂ ਨੂੰ ਲੋੜ ਹੋਈ ਮੈਨੂੰ ਬੁਲਾ ਲੈਣਗੇ, ਅਦਰਵਾਈਜ਼ ਮੈਨੂੰ ਕੋਈ ਚਾਹ ਨਹੀਂ, ਕੋਈ ਮੈਨੂੰ ਸ਼ੌਕ ਨਹੀਂ ਕਿ ਇਹਦੇ ਮੈਂ ਪਿੱਛੇ ਕਿਤੇ ਪੰਜਾਬੀ। ਇਹ ਕਾਰਨ ਤਾਂ ਨਹੀਂ ਵੀ ਕਿਤੇ ਗੁਰਦੇਵ ਢਿੱਲੋਂ ਨੇ ਵੱਧ ਫੀਸ ਮੰਗੀ ਹੋਵੇ ਤਾਂ ਕਰਕੇ ਇਨਕਾਰੀ ਹੋ ਗਿਆ? ਰਾਣਾ ਬਜਟ ਬੜਾ ਘੱਟ ਸੀ ਪੰਜਾਬੀ ਫਿਲਮਾਂ ਦਾ। ਨਹੀਂ ਰਾਣਾ ਜੀ, ਬਿਲਕੁਲ ਨਹੀਂ, ਕੋਈ ਪੇਮੈਂਟ ਦੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ। ਤੇ ਇਸ ਕਰਕੇ ਮੈਂ ਸੋਚਦਾ ਹਜੇ ਕੋਈ ਗੱਲ ਨਹੀਂ, ਜਦੋਂ ਵਕਤ ਆਇਆ, ਪਰ ਮੈਂ ਸੰਤੁਸ਼ਟ ਹਾਂ। ਜਦੋਂ ਕੋਈ ਮੈਨੂੰ ਬੁਲਾਊਗਾ ਤਾਂ ਮੈਂ ਜ਼ਰੂਰ ਪਿਆਰ ਦੇ ਨਾਲ ਜਾਊਂਗਾ। ਅੱਛਾ, ਗੁਰਦੇਵ ਢਿੱਲੋਂ ਹਰੇਕ ਨੂੰ ਹਸਾਉਂਦਾ, ਹਾਸਿਆਂ ਦੀ ਪਟਾਰੀ ਹੈ ਇੱਕ, ਜਿੱਥੇ ਜਾਂਦੇ ਹੋ ਲੋਕ ਕਹਿੰਦੇ ਨੇ ਹੱਸਦਾ ਹੀ ਆਵੇ, ਚਾਹੇ ਬੰਦੇ ਦੇ ਅੰਦਰ 100 ਦੁੱਖ ਹੈ। ਗੁਰਦੇਵ ਢਿੱਲੋਂ ਨੂੰ ਗੁੱਸਾ ਕਿੰਨਾ ਆਉਂਦਾ? ਬਹੁਤ ਗੁੱਸਾ ਆਉਂਦਾ ਮੈਨੂੰ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਮੇਰੀ ਮਾੜੀ ਬਹਿਬਤ ਸਮਝ ਲਓ। ਅੱਛਾ। ਮੈਨੂੰ ਗੁੱਸਾ ਉਹਨਾਂ ਲੋਕਾਂ ਤੇ ਆਉਂਦਾ ਜਿਹੜੇ ਬਗੈਰ ਮਤਲਬ ਤੋਂ ਐਵੇਂ ਸ਼ੋਸ਼ੇਬਾਜ਼ੀ ਕਰਦੇ ਆ। ਔਰ ਚੰਗੀ ਜ਼ਿੰਦਗੀ 'ਚ ਚੰਗੀ ਗੱਲ ਕਰੋ, ਜਿੰਨੇ ਹੈਗੇ ਉਸ ਤੋਂ ਘੱਟ ਦੱਸੋ। ਜੇ 50 ਪੈਸੇ ਹੋ ਤਾਂ ਤੁਸੀਂ 30 ਪੈਸੇ ਦੱਸੋ, ਤਾਂ ਕਿ ਜਦੋਂ ਸਟੇਜ ਤੇ ਗਏ ਲੋਕਾਂ ਨੂੰ ਪਤਾ ਲੱਗੇ ਯਾਰ ਹੈ ਇਹ ਤਾਂ ਇਸ ਤਰ੍ਹਾਂ ਨਿਕਲੇ। ਫਿਰ ਇਹ ਚੰਗਾ ਬੰਦੇ ਨੂੰ ਬਣ ਕੇ ਰਹਿਣਾ ਚਾਹੀਦਾ, ਚੰਗੀਆਂ ਗੱਲਾਂ ਹੋਣੀ ਚਾਹੀਦੀਆਂ ਨੇ। ਇਸੇ ਕਰਕੇ ਖਿੱਚਤੂ ਰਾਹੀਂ ਗੱਲਾਂ ਕਰਦੇ ਆ। ਖਿੱਚਤੂ ਦਾ ਮਤਲਬ ਇਹ ਨਹੀਂ ਕਿ ਕਿਸੇ ਦੀ ਇਨਸਲਟ ਕਰਨੀ ਹੈ ਜਾਂ ਉਹਨੂੰ ਜ਼ਿਆਦਾ ਖਿੱਚਤੂ ਕਰਨੀ ਹੈ, ਫੜ ਕੇ ਖਿੱਚਣਾ। ਰਾਣਾ ਜੀ, ਵਿੱਚ ਹੀ ਇੱਕ ਗੱਲ ਆ ਜੀ, ਜਿੰਨੇ ਮਰਜ਼ੀ ਵੱਡੇ ਬਣ ਜਾਓ, ਜਿੰਨੀਆਂ ਮਰਜ਼ੀ ਕੋਠੀਆਂ ਬਣਾ ਲਓ ਸੱਜਣੋ, ਜਿੰਨੀਆਂ ਮਰਜ਼ੀ ਗੱਡੀਆਂ ਖਰੀਦ ਲਓ, ਜਿੰਨੇ ਮਰਜ਼ੀ ਬੈਂਕ ਬੈਲੈਂਸ ਭਰ ਲਓ, ਜਦ ਤੱਕ ਤੁਸੀਂ ਵਧੀਆ ਇਨਸਾਨ ਨਹੀਂ ਬਣਦੇ ਉਦੋਂ ਤੱਕ ਨਥਿੰਗ, ਕੁਝ ਨਹੀਂ ਹੈ। ਬਿਲਕੁਲ ਸਹੀ ਗੱਲ ਹੈ। ਇਨਸਾਨੀਅਤ ਨੂੰ ਫਰੋਲਣ ਦਾ ਤੇ ਵਿੱਚ ਬਣਨ ਦਾ, ਨਵੀਆਂ ਗੱਲਾਂ ਕੱਢਣ ਦਾ ਨਾਂ ਹੀ ਹੈ ਖਿੱਚਤੂ। ਖਿੱਚਤੂ ਦਾ ਮਤਲਬ ਇਹ ਨਹੀਂ ਕਿ ਕਿਸੇ ਦੀ ਇਨਸਲਟ ਕਰਨੀ ਹੈ, ਵੈਲਕਮ ਕਰਕੇ ਉਹਦੇ ਅੰਦਰਲੀਆਂ ਗੱਲਾਂ ਕਢਾਉਣੀਆਂ ਨੇ। ਸੋ ਖਿੱਚਤੂ ਰਾਹੀਂ ਗੱਲਾਂ ਹੋਈਆਂ ਗੁਰਦੇਵ ਢਿੱਲੋਂ ਜੀ ਨਾਲ। ਗੁਰਦੇਵ ਢਿੱਲੋਂ ਜੀ, ਬਹੁਤ ਬਹੁਤ ਥੈਂਕ ਯੂ, ਸੋ ਨਾਈਸ ਆਫ ਯੂ, ਬਹੁਤ ਵਧੀਆ ਗੱਲਾਂ ਹੋਈਆਂ ਤੁਹਾਡੇ ਨਾਲ। ਸੋ ਦੋਸਤੋ, ਨੈਕਸਟ ਐਪੀਸੋਡ ਦੇ ਵਿੱਚ ਕਿਸੇ ਹੋਰ ਕਲਾਕਾਰ ਦੀ ਖਿੱਚਤੂ ਕਰਦੇ ਹਾਂ। ਉਨੀ ਦੇਰ ਲਈ ਮੈਨੂੰ ਦਿਓ ਆਗਿਆ। ਟੇਕ ਕੇਅਰ, ਬਾਏ ਬਾਏ, ਖਿਆਲ ਰੱਖਿਓ।